ਅਸੀਂ ਬਾਰ-ਬਾਰ ਇੱਕੋ ਚੀਜ਼ ਕਹਿੰਦੇ ਕਿ ਜਿਹੜੀ ਸਰਕਾਰ ਹੈ ਦਿਖਾ ਲੋਕਾਂ ਨੂੰ ਕੁਝ ਹੋਰ ਰਹੀ ਹੈ ਪਰ ਅੰਦਰ ਖਾਤੇ ਕੁਝ ਹੋਰ ਕਰ ਰਹੀ ਹੈ। ਕੀ ਭਗਵੰਤ ਮਾਨ ਸਾਹਿਬ ਨਾਰਮਲ ਲੋਕਾਂ ਦੀ ਜ਼ਮੀਨਾਂ ਛਡਾ ਕੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਹਿੱਸਾ ਪੱਤੀ ਕਰ ਲਓ, ਨਹੀਂ ਖਰਚੇ ਪੈਣਗੇ, ਪਰਚੇ ਪੈਣਗੇ। ਇੱਥੇ ਅੱਜ ਜ਼ਮੀਨ ਦਾ ਰੇਟ ਪੌਣੇ 3 ਕਰੋੜ ਦੇ ਕਰੀਬ ਬਣਦਾ ਹੈ ਤੇ ਉੱਥੇ ਸਰਕਾਰ ਨੇ 43 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ 4.25 ਕਿੱਲਾ ਬਿਲਡਰ ਨੂੰ ਵੇਚ ਦਿੱਤਾ। ਕੀ ਇਹੀ ਬਦਲਾਵ ਹੈ? ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਦ ਸਰਕਾਰ ਤੁਹਾਡੇ ਕੋਲ ਜ਼ਮੀਨ ਖਾਲੀ ਕਰਾਉਣ ਆਵੇ ਤਾਂ ਉਹਨਾਂ ਨੂੰ ਪਹਿਲਾ ਸਵਾਲ ਕਰੋ ਕਿ ਤੁਸੀਂ ਇਸ ਜ਼ਮੀਨ ਦਾ ਕਰੋਗੇ ਕੀ। ਲੋਕ ਦੱਸ ਦੇਣ ਤੁਹਾਨੂੰ 1000 ਰੁਪਏ ਦਾ ਖਰਚਾ, ਜੇਬ 'ਚ ਤੁਹਾਡੇ ਹੁਣ 200 ਰੁਪਈਆ, ਤੁਸੀਂ 1000 ਕਿਵੇਂ ਖਰਚ ਦੋਗੇ? ਸੋ ਇਹ ਲੋਕਾਂ ਦਾ ਬੇਵਕੂਫ ਬਣਾਉਣਾ ਬੰਦ ਕਰੋ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਕਮਲਦੀਪ ਕੌਰ। ਇੱਕ ਪਾਸੇ ਪੰਚਾਇਤ ਮੰਤਰੀ ਲਗਾਤਾਰ ਚਰਚਾ ਦੇ ਵਿੱਚ ਨੇ ਕਿਉਂਕਿ ਲਗਾਤਾਰ ਪੰਚਾਇਤੀ ਜ਼ਮੀਨਾਂ ਛੁਡਵਾਈਆਂ ਜਾ ਰਹੀਆਂ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਸਸਤੇ ਭਾਅ ਤੇ ਧਨਾੜ ਲੋਕਾਂ ਨੂੰ ਜਿਹੜੀ ਹੈ ਪੰਚਾਇਤੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ। ਸਾਡੇ ਨਾਲ ਐਡਵੋਕੇਟ ਸਤਬੀਰ ਵਾਲੀਆ ਜੀ ਹੈਗੇ ਨੇ। ਸਭ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਐਡਵੋਕੇਟ ਸਾਹਿਬ, ਤੁਸੀਂ ਬਹੁਤ ਵੱਡੇ ਇਲਜ਼ਾਮ, ਹਾਲਾਂਕਿ ਤੁਸੀਂ ਮੀਡੀਆ ਸਾਹਮਣੇ ਤੱਥ ਵੀ ਪੇਸ਼ ਕੀਤੇ ਨੇ, ਥੋੜਾ ਜਿਹਾ ਮੈਟਰ ਸਮਝਾਓਗੇ ਕਿ ਆਖਰ ਕਿਸ ਨੂੰ ਵੇਚੀ ਗਈ ਹੈ ਜ਼ਮੀਨ ਜਿਹੜੀ ਸਰਕਾਰ ਦੇ ਵੱਲੋਂ? ਹਾਲਾਂਕਿ ਇੱਕ ਪਾਸੇ ਪੰਚਾਇਤ ਮੰਤਰੀ ਲਗਾਤਾਰ ਕਹਿ ਰਹੇ ਨੇ ਕਿ ਪੰਚਾਇਤੀ ਜ਼ਮੀਨਾਂ ਸੇ ਛੁਡਵਾ ਰਹੇ, ਪਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਧਨਾੜ ਲੋਕਾਂ ਨੂੰ ਇਹ ਸਸਤੇ ਭਾਅ ਤੇ ਜਿਹੜੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ। ਦੇਖੋ, ਅਸੀਂ ਬਾਰ-ਬਾਰ ਇੱਕੋ ਚੀਜ਼ ਕਹਿੰਦੇ ਕਿ ਜਿਹੜੀ ਸਰਕਾਰ ਹੈ ਦਿਖਾ ਲੋਕਾਂ ਨੂੰ ਕੁਝ ਹੋਰ ਰਹੀ ਹੈ ਪਰ ਅੰਦਰ ਖਾਤੇ ਕੁਝ ਹੋਰ ਕਰ ਰਹੀ ਹੈ, ਕੁਝ ਹੋਰ ਖੇਲ ਖੇਲ ਰਹੀ ਹੈ। ਨੋ ਡਾਊਟ ਜਿਹੜਾ ਦਿਖਾ ਵੀ ਰਹੀ ਹੈ ਉਸ 'ਚ ਵੀ ਕੰਪਲੀਟਲੀ ਫੇਲ ਰਹੀ ਹੈ। ਧਰਾਤਲ ਤੇ ਸਰਕਾਰ ਨੇ ਐਸਾ ਕੋਈ ਹਾਲੇ ਤੱਕ ਕੰਮ ਨਹੀਂ ਕੀਤਾ। ਤੇ ਉਹੀ ਗੱਲ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ, ਪੰਚਾਇਤੀ ਜ਼ਮੀਨਾਂ ਨੂੰ ਸਾਡੇ ਜਿਹੜੇ ਮਾਨਯੋਗ ਪੰਚਾਇਤ ਮੰਤਰੀ ਸਾਹਿਬ ਨੇ ਮਾਝੇ 'ਚ ਉਹਨਾਂ ਨੇ ਕਿਉਂ ਨਹੀਂ ਸ਼ੁਰੂ ਕੀਤਾ? ਉਹ ਤਾਂ ਮਾਝੇ ਦੇ ਰਹਿਣ ਵਾਲੇ ਨੇ, ਉਹ ਕਿਉਂ ਮਾਲਵੇ 'ਚ ਆ ਕੇ ਪੰਚਾਇਤੀ ਜ਼ਮੀਨਾਂ ਦੀ ਗੱਲ ਕਰਦੇ? ਨੋ ਡਾਊਟ ਵਧੀਆ ਉਪਰਾਲਾ ਹੈ, ਅਸੀਂ ਨਾਲ ਹੈ ਸਰਕਾਰ ਦੇ ਇਸ ਚੀਜ਼ ਦੇ। ਤੇ ਨਾਲ ਦੂਜੀ ਗੱਲ, ਸਰਕਾਰ ਜਿਹੜੀ ਹੈ ਕਿ ਵੱਡੇ ਵੱਡੇ ਧਨਾੜ ਜਿਹੜੇ ਨੇ ਕਿ ਉਹਨਾਂ ਤੋਂ ਪੰਚਾਇਤੀ ਜ਼ਮੀਨਾਂ ਛਡਾ ਲਈਆਂ ਸਰਕਾਰ ਨੇ। ਆ ਤੁਸੀਂ ਮੋਹਾਲੀ ਦਾ ਪੈਰੀਫੇਰੀਆ, ਚੰਡੀਗੜ੍ਹ ਦਾ ਪੈਰੀਫੇਰੀਆ ਏਰੀਆ ਲੈ ਲਓ, ਇੱਥੇ ਹਜ਼ਾਰਾਂ ਏਕੜ ਜ਼ਮੀਨ ਨੇ, ਵੱਡੇ ਵੱਡੇ ਬਿਊਰੋਕਰੇਟ, ਵੱਡੇ ਵੱਡੇ ਲੀਡਰ, ਉਹਨਾਂ ਦੀ ਜ਼ਮੀਨਾਂ ਪਈਆਂ ਨੇ। ਸਰਕਾਰ ਕਿਉਂ ਡਰਦੀ ਹੈ? ਕੀ ਭਗਵੰਤ ਮਾਨ ਸਾਹਿਬ ਜੋ ਕਹਿੰਦੇ ਆ ਵੀ ਜ਼ਮੀਨਾਂ ਛੱਡ ਦੋ, ਨਹੀਂ ਖਰਚੇ ਵੀ ਪੈਣਗੇ ਤੇ ਪਰਚੇ ਵੀ ਪੈਣਗੇ, ਕੀ ਭਗਵੰਤ ਮਾਨ ਸਾਹਿਬ ਨਾਰਮਲ ਲੋਕਾਂ ਦੀ ਜ਼ਮੀਨਾਂ ਛਡਾ ਕੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਹਿੱਸਾ ਪੱਤੀ ਕਰ ਲਓ, ਨਹੀਂ ਖਰਚੇ ਪੈਣਗੇ, ਪਰਚੇ ਪੈਣਗੇ? ਤਾਂ ਇਹ ਗੱਲ ਜਿਹੜੀ ਇਹ ਸਾਫ਼ ਝਲਕਦੀ ਹੈ। ਤੇ ਨਾਲੇ ਜਿਹੜੀ ਇਹ ਸਾਡੇ ਸਾਥੀ, ਅਸੀਂ ਇੱਕ ਮੁਹਿੰਮ ਅੱਜ ਸ਼ੁਰੂ ਕੀਤੀ ਹੈ ਪੰਜਾਬ ਬੋਲਦਾ, ਉਹਦਾ ਨੰਬਰ ਵੀ ਜਾਰੀ ਕੀਤਾ WhatsApp ਦਾ, ਤੇ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਸ ਨੰਬਰ ਤੇ ਸਿਰਫ ਕਾਲ ਨਹੀਂ ਕਰਨੀ, ਸਿਰਫ WhatsApp ਤੇ ਮੈਸੇਜ ਭੇਜ ਕੇ ਆਪਣੇ ਜਿਹੜੇ ਜੋ ਵੀ ਤੁਹਾਡੇ ਕੋਲ ਕਾਗਜ਼ ਕੁਝ ਵੀ ਆ ਸਾਨੂੰ ਦੱਸੋ, ਅਸੀਂ ਵੈਰੀਫਾਈ ਕਰਕੇ ਤੁਹਾਨੂੰ ਬੁਲਾਵਾਂਗੇ। ਤਾਂ ਉਵੇਂ ਹੀ ਅੱਜ ਅਸੀਂ ਸ਼ੁਰੂਆਤ ਕੀਤੀ 2 ਬੰਦਿਆਂ ਦੇ ਨਾਲ। ਇੱਕ ਅੰਮ੍ਰਿਤਸਰ ਈਸਟ ਤੋਂ ਜਿਹੜੇ ਸੀਗੇ ਸੁਖਜਿੰਦਰ ਜੀ ਮਾਹੂ, ਉਹਨਾਂ ਨੇ ਕਾਗਜ਼ ਭੇਜੇ ਸੀ, ਆਰਟੀਆਈ ਇਨਫੋਰਮੇਸ਼ਨ ਲਿੱਤੀ ਸੀਗੀ। ਭਗਤਪੁਰਾ ਪਿੰਡ ਹੈਗਾ, ਉੱਥੇ ਅਲਫਾ ਇੰਟਰਨੈਸ਼ਨਲ ਸਿਟੀ ਹੈਗੀ ਇੱਕ ਬਣੀ ਹੋਈ, ਤੇ ਉਹਦੇ ਵਿੱਚ ਪੰਚਾਇਤੀ ਜ਼ਮੀਨ ਪਈ ਸੀਗੀ 32 ਕਨਾਲ 16 ਮਰਲੇ। ਨੋ ਡਾਊਟ 2016 ਤੋਂ ਇਹ ਕੰਮ ਚੱਲਦਾ ਆ ਰਿਹਾ ਸੀਗਾ, ਪਰ 2016 ਤੋਂ ਲੈ ਕੇ 2022 ਤੱਕ ਵੀ ਕੁਝ ਨਹੀਂ ਬਣਿਆ। ਆਖਿਰ ਜਿਵੇਂ ਸਰਕਾਰ ਬਦਲਦੇ ਸਰਕਾਰ ਦੇ ਪੰਚਾਇਤ ਡਾਇਰੈਕਟਰ ਨੇ ਵੀ ਚਿੱਠੀ ਕੱਢਤੀ, ਉਹ ਤੋਂ ਬਾਅਦ BDPO ਨੇ ਸਰਪੰਚ ਸਾਹਿਬ ਨੂੰ ਚਿੱਠੀ ਕੱਢਤੀ। ਸਰਪੰਚ ਸਾਹਿਬ ਨੇ ਵੀ ਜਿਵੇਂ ਸਰਕਾਰ ਕਹਿੰਦੀ ਸੀ ਗ੍ਰਾਮ ਸਭਾ ਬੁਲਾਵਾਂਗੇ, ਜੂਨ 'ਚ ਬੁਲਾਉਣ ਜਾ ਰਹੇ ਨੇ, ਪਰ ਉਹ ਗ੍ਰਾਮ ਸਭਾ ਬੁਲਾਉਣ ਦੀ ਬਜਾਏ ਤੇ ਪੰਚਾਇਤ ਜੋ ਆਪਣਾ ਸਰਪੰਚ ਸਾਹਿਬ ਨੇ ਬੰਦ ਕਮਰੇ 'ਚ ਇੱਕ ਮਤਾ ਪਾ ਕੇ ਜ਼ਮੀਨ ਜਿਹੜੀ ਪੰਚਾਇਤ ਦੀ ਜਿਹੜੀ ਰਜਿਸਟਰੀ, ਉੱਥੇ ਆ ਮੇਰੇ ਕੋਲ ਸਾਰੇ ਕਾਗਜ਼ ਨੇ ਜੀ, ਜਿਹੜੀ ਰਜਿਸਟਰੀ ਜਿੱਥੇ ਕਲੈਕਟਰ ਰੇਟ ਜਿਹੜਾ ਆਪਾਂ ਲਾ ਲਈਏ ਸਰਕਾਰੀ ਤੌਰ ਤੇ ਅਲਫਾ ਇੰਟਰਨੈਸ਼ਨਲ ਜਿਹੜੀ ਸਿਟੀ ਹੈਗੀ ਹੈ ਉਸ 'ਚ ਐਗਰੀਕਲਚਰ ਦਾ ਕੋਈ ਰੇਟ ਹੀ ਨਹੀਂ ਹੈ, ਕਾਲਮ ਨਿਲ ਹੈ। 2022 2021 ਤੇ 21-22 ਦਾ ਜੋ ਪ੍ਰਪੋਜ਼ ਰੇਟ ਹੈ ਉਸ 'ਚ ਸਿਰਫ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਰੇਟ ਹੈ, ਪਰ ਸਰਕਾਰ ਨੇ ਉਹ ਐਗਰੀਕਲਚਰ ਰੇਟ ਤੇ ਵੇਚਤੀ। ਜਿੱਥੇ ਅੱਜ ਜ਼ਮੀਨ ਦਾ ਰੇਟ ਪੌਣੇ 3 ਕਰੋੜ ਦੇ ਕਰੀਬ ਬਣਦਾ ਹੈ ਤੇ ਉੱਥੇ ਸਰਕਾਰ ਨੇ 43 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ 4.25 ਕਿੱਲਾ ਬਿਲਡਰ ਨੂੰ ਵੇਚ ਦਿੱਤਾ। ਕੀ ਇਹੀ ਬਦਲਾਵ ਹੈ? ਕਿ ਜੋ ਸਰਕਾਰ ਨਹੀਂ ਦੱਸ ਪਾ ਰਹੀ ਕਿ ਪੰਚਾਇਤੀ ਜ਼ਮੀਨਾਂ ਛਡਾ ਤਾਂ ਰਹੀ ਹੈ ਪਰ ਉਹਦੇ ਨਾਲ ਕਰੇਗੀ ਕੀ ਇਹੀ ਕੁਝ ਕਰੇਗੀ? ਤਾਂ ਇਹ ਵੱਡਾ ਖਦਸ਼ਾ ਜਿਹੜਾ ਅੱਜ ਪੈਦਾ ਹੋਇਆ ਤੇ ਵੱਡੀ ਜਿਹੜੀ ਅਣਗਹਿਲੀ ਸਾਹਮਣੇ ਆਈ ਹੈ। ਤਾਂ ਇਹ ਅਸੀਂ ਖੈਰ ਉਹ ਪਿੰਡ ਨੇ ਵੀ ਸ਼ਿਕਾਇਤ ਦਿੱਤੀ ਹੈ, ਇੱਕ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ। ਪਿੰਡ ਨੇ ਸ਼ਿਕਾਇਤ ਦਿੱਤੀ ਹੈ, ਪਿੰਡ ਵਾਲਿਆਂ ਨੇ, ਕਿ ਭਾਈ ਜਿਹੜੀ ਸਰਕਾਰ ਨੇ ਤੇ ਸਰਪੰਚ ਨੇ ਮਿਲ ਕੇ ਆਪਣੇ ਆਪ ਹੀ ਵਿਜੀਲੈਂਸ ਨੂੰ ਕੰਪਲੇਂਟ ਦਿੱਤੀ ਹੈ, ਪਿੰਡ ਵਾਲਿਆਂ ਨੇ ਸਾਈਨ ਕੀਤੇ ਹੈ ਕਿ ਆਪਣੇ ਆਪ ਹੀ ਮਤਾ ਪਾ ਕੇ ਸਰਕਾਰ ਨੇ ਜਿਹੜਾ ਹੈਗਾ ਉਹ ਭੇਜ ਦਿਆ ਤੇ ਜਿਹੜੀ ਕਰੋੜਾਂ ਦੀ ਜ਼ਮੀਨ ਲੱਖਾਂ 'ਚ ਵੇਚਤੀ, ਜਿਹੜੀ ਗਜ਼ਾਂ ਦੀ ਜ਼ਮੀਨ ਹੈ ਉਹ ਕਿੱਲਿਆਂ 'ਚ ਵੇਚਤੀ। ਤੇ ਉਹ ਇਲਜ਼ਾਮ ਜੋ ਪਿੰਡ ਵਾਲਿਆਂ ਨੇ ਵੀ ਲਾਇਆ, ਤਾਂ ਉਹੀ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਦ ਸਰਕਾਰ ਤੁਹਾਡੇ ਕੋਲ ਜ਼ਮੀਨ ਖਾਲੀ ਕਰਾਉਣ ਆਵੇ ਤਾਂ ਉਹਨਾਂ ਨੂੰ ਪਹਿਲਾ ਸਵਾਲ ਕਰੋ ਕਿ ਤੁਸੀਂ ਇਸ ਜ਼ਮੀਨ ਦਾ ਕਰੋਗੇ ਕੀ। ਜਿਵੇਂ ਫਾਈਨੈਂਸ ਮਿਨਿਸਟਰ ਕਹਿ ਰਹੇ ਸੀਗੇ ਕਿ ਅਸੀਂ ਲੋਕਾਂ ਤੋਂ ਬਜਟ ਬਾਰੇ ਸਵਾਲ ਪੁੱਛਿਆ
ਤੇ ਪਰ ਹੁਣ ਅਸੀਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਸਵਾਲ ਪੁੱਛ ਰਹੇ ਹਾਂ ਕਿ ਤੁਸੀਂ ਲੋਕਾਂ ਨੂੰ ਦੱਸਿਆ ਵੀ ਤੁਸੀਂ 100 ਰੁਪਏ ਖਰਚ ਸਕਦੇ ਹੋ, 200 ਖਰਚ ਸਕਦੇ ਹੋ ਜਾਂ 300 ਰੁਪਏ ਖਰਚ ਸਕਦੇ ਹੋ, ਕਿ ਤੁਸੀਂ ਦੱਸਿਆ ਤਾਂ ਹੀ ਲੋਕ ਤੁਹਾਨੂੰ ਦੱਸਣਗੇ ਨਾ। ਲੋਕ ਦੱਸ ਦੇਣ ਤੁਹਾਨੂੰ 1000 ਰੁਪਏ ਦਾ ਖਰਚਾ, ਜੇਬ 'ਚ ਤੁਹਾਡੇ ਹੁਣ 200 ਰੁਪਈਆ, ਤੁਸੀਂ 1000 ਕਿਵੇਂ ਖਰਚ ਦੋਗੇ? ਸੋ ਇਹ ਲੋਕਾਂ ਦਾ ਬੇਵਕੂਫ ਬਣਾਉਣਾ ਬੰਦ ਕਰੋ। ਤੇ ਇਹ ਚੀਜ਼ ਦਿਖਾਣੀ, ਮੈਂ ਜੋ ਬਾਰ-ਬਾਰ ਕਹਿੰਦਾ ਵੀ ਸਰਕਾਰ ਦਿਖਾ ਕੁਝ ਹੋਰ ਰਹੀ ਹੈ, ਕਰ ਕੁਝ ਹੋਰ ਰਹੀ ਹੈ। ਲੋਕਾਂ ਨੂੰ ਝੂਠੇ ਗੱਲਾਂ ਕਰਕੇ, ਝੂਠੇ ਐਲਾਨ ਕਰਕੇ, ਮਿਸਲੀਡ ਕਰਕੇ, ਮਿਸਗਾਈਡ ਕਰਕੇ ਅੰਦਰ ਖਾਤੇ ਸਰਕਾਰ ਵੱਡੀ ਠੱਗੀ ਪੰਜਾਬ ਦੇ ਲੋਕਾਂ ਨਾਲ ਮਾਰਨ ਜਾ ਰਹੀ ਹੈ। ਸਰ ਜਿਵੇਂ ਹੁਣ ਲੈਣ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀ ਪੰਚਾਇਤੀ ਜ਼ਮੀਨ ਵੇਚ ਸਕਦੀ ਹੈ ਵੈਸੇ ਜੇ ਦੇਖਿਆ ਜਾਵੇ ਸਰਕਾਰ? ਨਹੀਂ, ਦੇਖੋ ਪੰਚਾਇਤੀ ਜ਼ਮੀਨਾਂ ਨੋ ਡਾਊਟ ਸਰਕਾਰਾਂ ਰਜਿਸਟਰੀ ਕਰਵਾ ਸਕਦੀਆਂ, ਕਿਉਂਕਿ ਇੱਕ ਸੁਪਰੀਮ ਕੋਰਟ ਦੀ ਜਜਮੈਂਟ ਆਈ ਸੀ, ਉਸ 'ਚ ਕਿਹਾ ਵੀ ਜੇ ਕਿਸੇ ਨੂੰ ਓਬਜੈਕਸ਼ਨ ਹੋਵੇ ਤਾਂ ਉਹ ਕਲੈਕਟਰ ਕੋਲ ਜਾ ਕੇ ਓਬਜੈਕਸ਼ਨ ਰੇਜ਼ ਕਰ ਸਕਦਾ ਹੈ। ਤੇ ਪੰਚਾਇਤੀ ਜ਼ਮੀਨ ਕੱਲਾ ਗ੍ਰਾਮ ਪੰਚਾਇਤ ਨਹੀਂ ਵੇਚ ਸਕਦੀ, ਤੁਹਾਨੂੰ ਪੂਰਾ ਪ੍ਰੋਸੈਸ ਫੋਲੋ ਕਰਨਾ ਪੈਂਦਾ। ਪੰਚਾਇਤ ਮਿਨਿਸਟਰੀ ਤੋਂ ਆਉਂਦਾ ਹੈ, ਮਤਾ ਪੈਂਦਾ ਹੈ, ਉਹ ਤੋਂ ਫਿਰ ਅੱਗੇ ਡਾਇਰੈਕਟਰ ਪੰਚਾਇਤ ਤੋਂ ਥੱਲੇ ਬੀਡੀਪੀਓ ਤੋਂ ਫਿਰ ਵਾਪਸ ਜਾਂਦਾ ਗਵਰਨਰ ਹਾਊਸ ਤੋਂ ਹੋ ਕੇ ਫਿਰ ਆਉਂਦਾ ਹੈ, ਫਿਰ ਦੁਬਾਰਾ ਸੇਮ ਪ੍ਰੋਸੈਸ ਅਡਾਪਟ ਕਰਕੇ ਫਿਰ ਉਸ ਤੋਂ ਬਾਅਦ ਗ੍ਰਾਮ ਪੰਚਾਇਤ ਕੋਲ ਪਹੁੰਚਦਾ। ਇਹਨਾਂ ਪ੍ਰੋਸੈਸ ਤੋਂ ਜਿਹੜੀ ਵੇਚਦੀ ਤੁਹਾਨੂੰ ਕੀ ਲੱਗਦਾ ਹੈ? ਵੇਚੀ ਵਿਦ ਪ੍ਰੋਸੈਸ ਹੈ, ਪ੍ਰੋਸੈਸ 2016 ਤੋਂ ਚੱਲ ਰਿਹਾ ਸੀਗਾ। ਪਰ ਗੱਲ ਇਹ ਹੈ ਕਿ ਕੀ ਅੱਜ ਦਾ ਰੇਟ ਅਸੈਸ ਕੀਤਾ ਸਰਕਾਰ ਨੇ? ਸਰਕਾਰ ਨੇ ਅੱਜ ਦਾ ਰੇਟ ਕਿਉਂ ਅਸੈਸ ਨਹੀਂ ਕੀਤਾ? ਸਰਕਾਰ ਨੇ ਜਿਸ ਏਰੀਏ 'ਚ ਐਗਰੀਕਲਚਰ ਦਾ ਰੇਟ ਹੀ ਨਹੀਂ ਹੈ, ਉੱਥੇ ਐਗਰੀਕਲਚਰ ਰੇਟ ਤੇ ਵੇਚ ਕਿਵੇਂ ਦੇਈ? ਸਭ ਤੋਂ ਵੱਡੀ ਗੱਲ ਤਾਂ, ਸਭ ਤੋਂ ਵੱਡਾ ਕੁਐਸਚਨ ਤਾਂ ਇਹ ਹੈ। ਜੇ ਤੁਸੀਂ ਹੁਣ ਇੱਥੇ ਆਪਾਂ ਬੈਠੇ ਹਾਂ, ਇਹ ਆਪਣਾ ਇੱਕ ਇੰਸਟੀਚਿਊਟ ਹੈ, ਹੁਣ ਤੁਸੀਂ ਇੱਥੇ ਦੁਕਾਨ ਥੋੜੀ ਚਲਾ ਸਕਦੇ ਹੋ। ਤੁਸੀਂ ਕੱਲ੍ਹ ਨੂੰ ਕਰਿਆਨੇ ਦੀ ਦੁਕਾਨ ਖੋਲ ਦਿਓ ਇੱਥੇ ਬੈਠ ਕੇ, ਉਹ ਥੋੜੀ ਹੋ ਸਕਦਾ। ਹੁਣ ਜਿਹੜੀ ਚੀਜ਼ ਜਿੱਥੇ ਹੋ ਹੀ ਨਹੀਂ ਸਕਦੀ, ਤੁਸੀਂ ਉਹ ਕਿਵੇਂ ਕਰਤੀ? ਕਿੰਨੀ ਜ਼ਮੀਨ ਦੀ ਗੱਲ ਕੀਤੀ ਤੁਸੀਂ, ਕਿੰਨੀ ਜ਼ਮੀਨ ਵੇਚੀ? ਇਹ 32 ਕਨਾਲ 16 ਮਰਲੇ, ਤਕਰੀਬਨ 4.25 ਕਿੱਲਾ ਬਣਦਾ। ਦੂਜੇ ਪਾਸੇ ਭਗਵੰਤ ਮਾਨ ਕਹਿ ਰਹੇ ਨੇ ਕਿ ਜਿਹੜੀ ਜ਼ਮੀਨ ਅਸੀਂ ਛੁਡਵਾ ਰਹੇ ਨੇ, ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਸਾਰਾ ਭਲਾ ਹੋਊਗਾ ਇਹਦੇ ਨਾਲ। ਦੱਸਣ ਤਾਂ ਸੀ ਭਲਾ ਕਿਵੇਂ ਕਰਨਗੇ? ਇਹ ਤਾਂ ਉਹੀ ਭਲਾ ਹੋ ਗਿਆ। ਤੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਜੀ ਕਹਿੰਦੇ ਸੀ ਜਦ ਸਾਡੀ ਸਰਕਾਰ ਬਣੂਗੀ ਸਾਡੇ ਕੋਲ ਪੂਰਾ ਬਲੂਪ੍ਰਿੰਟ ਹੈਗਾ, 54,000 ਕਰੋੜ ਜਿਹੜਾ ਹੈਗਾ ਉਹ ਅਸੀਂ 1 ਸਾਲ 'ਚ ਕਹਿੰਦੇ ਆਪਣਾ ਇਕੱਠਾ ਕਰ ਲਾਂਗੇ। ਤੇ 8,000 ਕਰੋੜ ਦਾ ਕਰਜ਼ਾ ਲੈ ਲਿਆ ਪਿਛਲੇ 50 ਦਿਨਾਂ 'ਚ। ਇਕੱਠਾ ਕਿੰਨਾ ਕਰਿਆ ਉਹ ਤਾਂ ਦੱਸ ਦਿਓ। ਇਹ ਉਹੋ ਜਿਹੇ ਭਲਾ ਇਹ। ਸੋ ਇਹ ਸਨ ਜੀ ਐਡਵੋਕੇਟ ਸਤਵੀਰ ਵਾਲੀਆ। ਤਾਂ ਬੜੇ ਵੱਡੇ ਖੁਲਾਸੇ ਜਿਹੜੇ ਹੈਗੇ ਨੇ ਉਹਦੇ ਵੱਲੋਂ ਕੀਤੇ ਗਏ ਨੇ, ਕਿਉਂਕਿ ਲਗਾਤਾਰ ਪੰਚਾਇਤ ਮੰਤਰੀ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਜਾ ਰਹੇ ਨੇ ਤੇ ਪੰਚਾਇਤੀ ਜ਼ਮੀਨਾਂ ਜਿਹੜੀਆਂ ਛੁਡਵਾ ਰਹੇ ਨੇ। ਪਰ ਵੱਡੇ ਸਵਾਲ ਹੈਗੇ ਨੇ ਕਿ ਉਸ ਜ਼ਮੀਨ ਦਾ ਕੀਤਾ ਕੀ ਜਾਏਗਾ। ਤਾਂ ਬਹੁਤ ਵੱਡੇ ਸਵਾਲ ਇੱਥੇ ਖੜੇ ਹੁੰਦੇ ਤੇ ਦੂਜੇ ਪਾਸੇ ਤੱਥ ਜਿਹੜੇ ਹੈਗੇ ਨੇ ਐਡਵੋਕੇਟ ਦੇ ਵੱਲੋਂ ਜਿਹੜੇ ਹੈ ਨੇ ਮੀਡੀਆ ਸਾਹਮਣੇ ਰੱਖੇ ਗਏ ਨੇ ਕਿ ਅੰਮ੍ਰਿਤਸਰ ਦਾ ਇੱਕ ਪਿੰਡ ਹੈ, ਉੱਥੋਂ ਦੀ ਜ਼ਮੀਨ ਨੂੰ ਕਿਵੇਂ ਜਿਹੜਾ ਹੈ ਸਸਤੇ ਭਾਅ ਤੇ ਜਿਹੜੇ ਹੈਗੇ ਆ ਸਰਕਾਰ ਨੇ ਧਨਾੜਾਂ ਨੂੰ ਵੇਚਤਾ। ਤਾਂ ਬਹੁਤ ਵੱਡੇ ਸਵਾਲ ਨੇ ਕਿ ਆਖਰ ਕਰੋੜਾਂ ਦੀ ਜਿਹੜੀ ਜ਼ਮੀਨ ਹੈਗੀ ਹੈ ਸਿਰਫ ਲੱਖਾਂ ਦੇ ਵਿੱਚ ਕਿਵੇਂ ਵੇਚੀ। ਤੇ ਬਹੁਤ ਸਾਰੇ ਸਵਾਲ ਜਿਹੜੇ ਨੇ ਲੋਕ ਵੀ ਕਰ ਰਹੇ ਨੇ ਕਿ ਆਖਰ ਜਿਹੜੀ ਪੰਚਾਇਤੀ ਜ਼ਮੀਨਾਂ ਛੁਡਵਾਈਆਂ ਜਾ ਰਹੀਆਂ ਤਾਂ ਉਹਨਾਂ ਦਾ ਕੀ ਕਰੇਗੀ ਸਰਕਾਰ? ਸਰਕਾਰ ਇਹ ਜਵਾਬ ਦੇਵੇ, ਸੀਐਮ ਭਗਵੰਤ ਮਾਨ ਦੱਸਣ ਕਿ ਉਹਨਾਂ ਜ਼ਮੀਨਾਂ ਦਾ ਆਖਰ ਕੀਤਾ ਕੀ ਜਾਏਗਾ। ਫਿਲਹਾਲ ਕੈਮਰਾਮੈਨ ਸੁਨੀਲ ਦੇ ਨਾਲ ਕਮਲਦੀਪ ਕੌਰ, ਚੰਡੀਗੜ੍ਹ।